ਸੈਸ਼ਨ ਦਾ ਨਾਮ ਹੈ ਪਾਵਰ ਦੀ ਪਾਵਰ। समझ ही गए होवोगे पावर महकमा जिन्हां दे कोल है हरभजन सिंह ईटीओ कैबिनेट मंत्री उन्हां दे नाल इस सैशन दे विच चर्चा करांगे। लेकिन उस तो पहला एक ऑडियो विजुअल के जरिए देखते हैं इन्हां दा की विजन है। हरभजन सिंह ईटीओ उम्र 53 साल, विधानसभा सीट जंडियाला, महकमा ऊर्जा लोक उसारी। मिहनत दी राह ते तुरदे होए अपना मुकाम किवें हासिल किया जाता है, इसनूं सही मायने विच मूरत रूप दिता है हरभजन सिंह ईटीओ ने। एक अध्यापक वजों अपना पेशेवर सफर शुरू करके पहला 2012 विच पीसीएस की परीक्षा विच कामयाबी हासिल की। आबकारी अते कर विभाग विच बतौर ईटीओ ज्वाइन किया। 5 साल तक इस अहुदे ते रहण तो बाद हरभजन सिंह ने 2017 विच रिटायरमेंट लैके सियासी इनिंग दा आगाज किया आम आदमी पार्टी दे नाल। सरकारी नौकरी नूं स्वे इच्छा नाल त्याग के जनतक सेवा लई सियासत दा राह चुनिया हरभजन सिंह ईटीओ ने। सुनहरा पंजाब दे मंच ते स्वागत करदे हां कैबिनेट मंत्री हरभजन सिंह ईटीओ दा। I'll now request our Deputy News Editor Gaurav Shukla and our Chief Correspondent Pankaj Kapahi to escort the Honourable Minister on the stage. 2012 ਦੇ ਵਿੱਚ ਹਰਭਜਨ ਸਿੰਘ ਐਕਸਾਈਜ਼ ਐਂਡ ਟੈਕਸੇਸ਼ਨ ਆਫਿਸਰ ਈਟੀਓ ਬਣੇ, ਪਰ 2017 ਦੇ ਵਿੱਚ ਵੋਲੰਟਰੀ ਰਿਟਾਇਰਮੈਂਟ ਲੈ ਲਈ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ। ਇਸ ਵਾਰ ਚੋਣਾਂ ਲੜੇ, ਜਿੱਤੇ, ਵਿਧਾਇਕ ਬਣੇ ਤੇ 2 ਵੱਡੇ ਮਹਿਕਮਿਆਂ ਦੀ ਜ਼ਿੰਮੇਵਾਰੀ ਮਿਲੀ ਹੈ, ਪਾਵਰ ਤੇ ਪੀਡਬਲਿਊਡੀ। ਤਾਂ ਇਸ ਸੈਸ਼ਨ ਦੇ ਵਿੱਚ ਚਰਚਾ ਕਰਾਂਗੇ ਇਹਨਾਂ 2 ਮਹਿਕਮਿਆਂ ਦੇ ਬਾਰੇ, ਇਹਨਾਂ ਦਾ ਕੀ ਵਿਜ਼ਨ ਹੈ। ਓਵਰ ਟੂ ਯੂ ਗੌਰਵ ਐਂਡ ਪੰਕਜ। ਸ਼ੁਕਰੀਆ ਅਰਸ਼, ਧੰਨਵਾਦ। ਇੱਕ ਵਾਰ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਪਾਵਰ ਦੀ ਪਾਵਰ, ਜੀ ਹਾਂ, ਇਸ ਸੈਗਮੈਂਟ ਦੇ ਵਿੱਚ ਗੱਲ ਅਸੀਂ ਬਿਜਲੀ ਦੀ ਕਰਾਂਗੇ, ਸਵਾਲ ਬੇਬਾਕ ਕਰਾਂਗੇ। ਬਹੁਤ ਬਹੁਤ ਸਵਾਗਤ ਹੈ ਸਰ ਨਿਊਜ਼ 18 ਪੰਜਾਬ ਦੀ ਇਸ ਸਟੇਜ ਦੇ ਉੱਤੇ। ਬਹੁਤ ਧੰਨਵਾਦ ਜੀ ਤੁਹਾਡਾ। ਤੁਹਾਨੂੰ ਥੋੜਾ ਜਿਹਾ ਮਾਈਕ ਉੱਪਰ ਰੱਖਣਾ ਪਏਗਾ ਜਿਵੇਂ ਮੈਂ ਰੱਖਿਆ ਹੋਇਆ ਸਰ। ਥੈਂਕ ਯੂ ਜੀ, ਬਹੁਤ ਧੰਨਵਾਦ। ਪੰਕਜ ਸਾਡੇ ਨਾਲ ਰਹਿਣਗੇ। ਮੈਂ ਸ਼ੁਰੂਆਤ ਕਰਦਾ ਸਰ, ਅਸੀਂ ਇਸ ਸੈਗਮੈਂਟ ਦਾ ਨਾਮ ਰੱਖਿਆ ਹੋਇਆ ਪਾਵਰ ਦੀ ਪਾਵਰ। ਤੁਸੀਂ ਸਮਝ ਰਹੇ ਹੋਵੋਗੇ ਮੈਂ ਸ਼ੁਰੂਆਤ ਇੱਥੋਂ ਹੀ ਕਰਨਾ ਹੈ ਕਿ ਡਿਪਾਰਟਮੈਂਟ ਮਿਲਿਆ, ਪਾਵਰ ਦੀ ਪਾਵਰ ਮਹਿਸੂਸ ਕਰ ਰਹੇ ਹੋ ਜਾਂ ਪਾਵਰ ਦਾ ਕਰੰਟ ਮਹਿਸੂਸ ਕਰ ਰਹੇ ਹੋ? ਦੇਖੋ, ਪਾਵਰ ਦੀ ਪਾਵਰ ਮਹਿਸੂਸ ਨਹੀਂ ਕਰ ਰਿਹਾ, ਪਾਵਰ ਦੀ ਜ਼ਿੰਮੇਵਾਰੀ ਮਹਿਸੂਸ ਕਰ ਰਿਹਾ ਕਿ ਇੱਕ ਜ਼ਿੰਮੇਵਾਰੀ ਜਿਹੜੀ ਆ ਉਹ ਮਿਲੀ ਆ, ਸੌਂਪੀ ਗਈ ਆ। ਔਰ ਬਹੁਤ ਲਗਭਗ ਪੰਜਾਬ ਦਾ ਹਰ ਨਾਗਰਿਕ, ਹਰ ਬਸ਼ਿੰਦਾ ਇਸ ਮਹਿਕਮੇ ਦੇ ਨਾਲ ਜੁੜਿਆ ਹੋਇਆ। ਅਰਾਊਂਡ 1 ਕਰੋੜ ਤੋਂ ਵੱਧ ਬਿਜਲੀ ਦੇ ਕਨੈਕਸ਼ਨ ਨੇ ਪੰਜਾਬ ਦੇ ਵਿੱਚ। ਔਰ ਦੇਖੀਏ ਤਾਂ ਹਰ ਘਰ, ਹਰ ਇੰਡਸਟਰੀ, ਕਮਰਸ਼ੀਅਲ, ਐਗਰੀਕਲਚਰ, ਹਰ ਵਿਅਕਤੀ ਇਸ ਪਾਵਰ ਦੇ ਵਿੱਚ ਸ਼ਾਮਲ ਆ। ਇਹ ਪਾਵਰ ਉਹਨਾਂ ਲੋਕਾਂ ਦੀ ਆ ਜਿਹੜੇ ਲੋਕ ਕੰਜ਼ਿਊਮਰਸ ਨੇ, ਸਾਡੇ ਯੂਜ਼ ਕਰਦੇ ਨੇ। ਔਰ ਇਹ ਉਹਨਾਂ ਦੀ ਪਾਵਰ ਆ। ਸਾਡੀ ਉਹਨਾਂ ਪ੍ਰਤੀ ਜ਼ਿੰਮੇਵਾਰੀ ਆ ਕਿ ਅਸੀਂ ਉਹਨਾਂ ਦੀ ਪਾਵਰ ਨੂੰ ਆਪਣੀ ਜ਼ਿੰਮੇਵਾਰੀ ਸਮਝ ਕੇ ਕਰਨਾ। ਮੰਤਰੀ ਜੀ, ਕੈਪਟਨ ਅਮਰਿੰਦਰ ਸਿੰਘ ਕੋਲ ਇਹ ਮਹਿਕਮਾ ਸੀਗਾ, ਨਵਜੋਤ ਸਿੰਘ ਸਿੱਧੂ ਨੇ ਲੈਣ ਤੋਂ ਮਨਾ ਕਰ ਦਿੱਤਾ ਸੀਗਾ ਔਰ ਸਿੱਧਾ ਆਮ ਲੋਕਾਂ ਦੇ ਨਾਲ ਜੁੜਿਆ ਹੋਇਆ। ਜਦੋਂ ਕਿਤੇ ਬਿਜਲੀ ਦਾ ਅੱਧੇ ਘੰਟੇ ਦਾ ਕੱਟ ਲੱਗਦਾ ਤਾਂ ਸਿੱਧੇ ਤੌਰ ਤੇ ਨਿਸ਼ਾਨੇ ਤੇ ਜਿਹੜੇ ਨੇ ਉਹ ਮੰਤਰੀ ਸਾਹਿਬ ਰਹਿੰਦੇ ਆ, ਬਿਜਲੀ ਡਿਪਾਰਟਮੈਂਟ ਲੈਂਦਾ। ਪਿਛਲੇ ਦਿਨਾਂ ਦੇ ਵਿੱਚ ਜ਼ੀਰਕਪੁਰ ਕਈ ਥਾਵਾਂ ਤੇ ਮੁਸ਼ਕਲ ਆਈ, ਬਿਜਲੀ ਦੇ ਕੱਟ ਲੱਗੇ। ਕੀ ਇਸ ਵੇਲੇ ਮਹਿਕਮਾ ਕੀ ਕਰ ਰਿਹਾ? ਦੇਖੋ, ਫਾਲਟ ਜਿਹੜੇ ਨੇ ਕਦੀ ਕਦਾਈ ਕਿਤੇ ਫਾਲਟ ਜਿਹੜੇ ਨੇ ਉਹ ਹੋ ਜਾਂਦੇ ਨੇ। ਮੈਂ ਮੰਨਦਾ ਜ਼ੀਰਕਪੁਰ ਦੇ ਵਿੱਚ ਫਾਲਟ ਆਇਆ ਸੀਗਾ, ਪਰ ਅਸੀਂ ਉਹਨੂੰ ਆਪਣੇ ਐਮਰਜੈਂਸੀ ਰੈਸਟੋਰੇਸ਼ਨ ਸਿਸਟਮ ERS 2 ਇੰਸਟਾਲ ਕਰਕੇ ਉਹਨੂੰ ਬਹੁਤ ਜਲਦ ਜਿਹੜਾ ਆ ਉਹ ਬਿਜਲੀ ਦੀ ਸਪਲਾਈ ਲੋਕਾਂ ਵਾਸਤੇ, ਜ਼ੀਰਕਪੁਰ ਦੇ ਲੋਕਾਂ ਵਾਸਤੇ ਬਹਾਲ ਕਰ ਦਿੱਤੀ ਸੀਗੀ। ਆਉਣ ਵਾਲੇ ਸਮੇਂ ਦੇ ਵਿੱਚ ਸਾਡਾ ਵਿਜ਼ਨ ਆ, ਸਾਡੀ ਕੋਸ਼ਿਸ਼ ਆ ਕਿ ਕਿਸੇ ਵੀ ਤਰ੍ਹਾਂ ਦੇ ਇਹ ਵੱਡੇ ਪਾਵਰ ਕੱਟ ਜਿਹੜੇ ਨੇ ਉਹ ਨਾ ਲੱਗਣ ਫਾਲਟ ਕਰਕੇ। ਬਾਕੀ ਬਿਜਲੀ ਸਪਲਾਈ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਅਸੀਂ ਪਹਿਲੀ ਵਾਰੀ ਪੰਜਾਬ ਦੇ ਵਿੱਚ 14,208 ਮੈਗਾਵਾਟ ਬਿਜਲੀ ਦੇ ਕੇ ਪੰਜਾਬ ਦੇ ਵਿੱਚ ਰਿਕਾਰਡ ਤੋੜ ਬਿਜਲੀ ਦੇ ਕੇ ਰਿਕਾਰਡ ਬਣਾਇਆ। ਸੋ ਜਿੱਥੋਂ ਤੱਕ ਐਗਰੀਕਲਚਰ ਨੂੰ ਬਿਜਲੀ ਦਾ ਸਪਲਾਈ ਦਾ ਸੰਬੰਧ ਆ, ਅਸੀਂ ਨਿਰਵਿਘਨ ਬਿਜਲੀ ਸਪਲਾਈ ਕੀਤੀ ਆ, ਇੰਡਸਟਰੀ ਨੂੰ ਨਿਰਵਿਘਨ ਬਿਜਲੀ ਸਪਲਾਈ ਕੀਤੀ ਆ, ਡੋਮੈਸਟਿਕ ਨੂੰ ਕੀਤੀ ਆ। ਸੋ ਜਿਹੜੇ ਫਾਲਟ ਪੈਂਦੇ ਨੇ, ਕਿਉਂਕਿ
ਤੁਹਾਨੂੰ ਪਤਾ ਪੁਰਾਣੀਆਂ ਸਰਕਾਰਾਂ ਨੇ ਇਹਦੇ ਤੇ ਕੋਈ ਧਿਆਨ ਨਹੀਂ ਦਿੱਤਾ। ਜੇ ਕੋਈ ਟਾਵਰ ਨੇ ਪੁਰਾਣੇ ਨੇ ਤੇ ਪੁਰਾਣੇ ਹੀ ਲੱਗੇ ਨੇ, ਪੋਲਸ ਨੇ ਤੇ ਉਹ ਬਹੁਤ ਬਹੁਤ ਪੁਰਾਣੇ ਨੇ। ਇਨਫਰਾਸਟ੍ਰਕਚਰ ਬਦਲਿਆ ਜਾ ਰਿਹਾ ਹੈ, ਤਾਰਾਂ ਬਦਲੀਆਂ ਜਾ ਰਹੀਆਂ, ਇਸ ਨਹੀਂ, ਕਰਕੇ ਵੀ ਥੋੜਾ ਦੇਖੋ ਸਾਰਾ ਇਨਫਰਾਸਟ੍ਰਕਚਰ ਜਿਹੜਾ ਇਮੀਡੀਏਟਲੀ ਤਾਂ ਨਹੀਂ ਬਦਲਿਆ ਜਾ ਸਕਦਾ, ਉਹਨੂੰ ਟਾਈਮ ਲੱਗੇਗਾ। ਪਰ ਅਸੀਂ ਜਿੱਥੇ ਜਿੱਥੇ ਵੀ ਕੋਈ ਮਟੀਰੀਅਲ ਦੀ ਲੋੜ ਪੈਂਦੀ ਆ, ਕੋਈ ਨਵੇਂ ਟਰਾਂਸਫਾਰਮਰ ਦੀ ਲੋੜ ਪੈਂਦੀ ਆ, ਜਿਵੇਂ ਤੁਹਾਨੂੰ ਪਤਾ ਉੱਥੇ ਗੁਰੂ ਨਾਨਕ ਦੇਵ ਹਸਪੀਟਲ ਅੰਮ੍ਰਿਤਸਰ ਦੇ ਵਿੱਚ ਫਾਇਰ ਜਿਹੜੀ ਆ ਉਹ ਉੱਥੇ ਲੱਗ ਗਈ ਸੀਗੀ, ਅੱਗ ਲੱਗ ਗਈ ਸੀਗੀ। ਅਸੀਂ ਵਿਦਿਨ 24 ਆਵਰਸ ਉੱਥੇ ਕੰਪੈਕਟ ਸਬ ਸਟੇਸ਼ਨ ਜਿਹੜਾ ਆ ਉਹ ਐਸਟੈਬਲਿਸ਼ ਕਰ ਦਿੱਤਾ ਸੀਗਾ। ਮੰਤਰੀ ਸਾਹਿਬ, ਇੱਕ ਚੀਜ਼, ਕਿਉਂਕਿ ਆਪਾਂ ਬਾਕੀ ਮੈਂ ਸਵਾਲਾਂ ਤੇ ਵਧਾਂ, ਤੁਸੀਂ ਮੌਜੂਦਾ ਸਥਿਤੀ ਇਸ ਸਮੇਂ ਕੀ ਦੇਖ ਰਹੇ ਹੋ? ਪੀਕ ਸੀਜ਼ਨ ਹੈ ਇਸ ਸਮੇਂ, ਜਦੋਂ ਲੋਕਾਂ ਦੇ ਘਰਾਂ 'ਚ ਏਸੀ ਕੂਲਰ ਪੱਖੇ ਚੱਲ ਰਹੇ ਨੇ, ਜਦੋਂ ਮੋਟਰਾਂ ਦੇ ਉੱਤੇ ਪੂਰਾ ਲੋਡ ਹੈ, ਬਿਜਲੀ ਚਾਹੀਦੀ ਹੈ ਝੋਨੇ ਦੇ ਪਾਣੀ ਵਾਸਤੇ, ਜਦੋਂ ਫੈਕਟਰੀਆਂ ਤਾਂ ਆਬਵੀਅਸ ਹੈ ਹਮੇਸ਼ਾ ਚੱਲਦੀਆਂ ਰਹਿੰਦੀਆਂ ਨੇ, ਡਿਮਾਂਡ ਤੇ ਸਪਲਾਈ ਮੈਚ ਕਰ ਪਾ ਰਹੇ ਹੋ? ਕਿਉਂਕਿ ਤੁਹਾਡਾ ਟਵਿੱਟਰ ਹੈਂਡਲ, ਤੁਹਾਡੇ ਡਿਪਾਰਟਮੈਂਟ ਦਾ ਦੇਖਾਂ, ਉੱਥੇ ਬਹੁਤ ਸਾਰੇ ਲੋਕ ਲਗਾਤਾਰ ਟਵੀਟ ਕਰਦੇ ਨੇ ਕਿ ਸਾਡੇ ਜੀ 4 ਘੰਟੇ ਤੋਂ ਨਹੀਂ ਬਿਜਲੀ ਆਈ। ਪੰਕਜ ਨੇ ਸ਼ੁਰੂਆਤ 'ਚ ਕਿਹਾ ਸੀ ਅੱਧੇ ਘੰਟੇ ਦਾ ਕੱਟ। ਮੈਨੂੰ ਲੱਗਦਾ ਪੰਜਾਬ ਦੇ ਵਿੱਚ ਜੇ ਅੱਧੇ ਘੰਟੇ ਵਾਸਤੇ ਬਿਜਲੀ ਜਾਵੇ ਤਾਂ ਲੋਕ ਕਹਿੰਦੇ ਕਿ ਨਹੀਂ ਇਹ ਤਾਂ ਗਈ ਹੋਣੀ। ਹੁਣ ਤਾਂ ਘੰਟੇ ਡੇਢ ਵਾਸਤੇ ਵੀ ਜਾਵੇ ਤਾਂ ਕਹਿੰਦੇ ਨਹੀਂ ਇਹ ਤਾਂ ਗਈ ਨਹੀਂ। ਜਦੋਂ 3-3 4-4 5-5 ਘੰਟੇ ਦੇ ਕੱਟ ਲੱਗਦੇ ਨੇ, ਜਾਂ ਸ਼ਾਮ ਨੂੰ ਕੱਟ ਲੱਗਦੇ ਨੇ, ਰਾਤ ਨੂੰ ਕੱਟ ਲੱਗਦੇ ਨੇ, ਉਹ ਲੋਕਾਂ ਨੂੰ ਬਹੁਤ ਚੁੱਭਦੇ ਨੇ। ਮੌਜੂਦਾ ਸਥਿਤੀ ਕੀ ਹੈ? ਡਿਮਾਂਡ ਔਰ ਸਪਲਾਈ ਦੋਵੇਂ ਮੈਚ ਕਰ ਪਾ ਰਹੇ ਹੋ ਕਿ ਨਹੀਂ? ਦੇਖੋ, ਡਿਮਾਂਡ ਤੇ ਸਪਲਾਈ ਅਸੀਂ ਮੈਕਸਿਮਮ ਪ੍ਰੋਵਾਈਡ ਕਰ ਰਹੇ ਹਾਂ। ਜੋ ਡਿਮਾਂਡ ਆ ਰਹੀ ਹੈ ਉਹਨੂੰ ਮੀਟ ਕਰ ਰਹੇ ਹਾਂ। ਅਸੀਂ ਟਰਾਂਸਮਿਸ਼ਨ ਜਿਹੜੀ ਆ ਉਹ ਪਿਛਲੇ 3 ਕੁ ਮਹੀਨੇ ਦੇ ਵਿੱਚ 7100 ਮੈਗਾਵਾਟ ਤੋਂ 8500 ਮੈਗਾਵਾਟ ਕਰੀ। ਇਹ ਜਿਹੜੀ ਸੂਬੇ ਦੀ ਪ੍ਰੋਡਕਸ਼ਨ ਹੈ? ਨਹੀਂ, ਸੂਬੇ ਦੀ ਪ੍ਰੋਡਕਸ਼ਨ ਜਿਹੜੀ ਆ ਉਹ 6500 ਮੈਗਾਵਾਟ ਆ। ਲਗਭਗ ਸਾਨੂੰ ਇਸ ਵਾਰੀ ਸੀਗਾ ਕਿ ਝੋਨੇ ਦੇ ਪੀਕ ਸੀਜ਼ਨ ਦੇ ਵਿੱਚ 15000 ਤੱਕ ਮੈਗਾਵਾਟ ਤੱਕ ਸਪਲਾਈ ਡਿਮਾਂਡ ਜਿਹੜੀ ਆ ਉਹ ਵੱਧ ਸਕਦੀ ਆ ਜੀ। ਅਸੀਂ ਟਰਾਂਸਮਿਸ਼ਨ ਜਿਹੜੀ ਆ ਉਹ 8500 ਮੈਗਾਵਾਟ ਤੱਕ ਲੈ ਕੇ ਗਏ। ਔਰ ਤੁਹਾਡੇ ਸਾਹਮਣੇ ਦੱਸਣਾ ਚਾਹੁੰਦਾ ਹਾਂ ਕਿ 29 ਜੂਨ ਨੂੰ 8540 ਟਰਾਂਸਮਿਸ਼ਨ ਜਿਹੜੀ ਆ ਇਹ ਅਸੀਂ ਪੂਰੀ ਕੀਤੀ। ਕਿਉਂਕਿ ਜਦੋਂ 1500 ਮੈਗਾਵਾਟ ਦੀ ਡਿਮਾਂਡ ਤੱਕ ਦਾ ਤੁਹਾਨੂੰ ਹੋਵੇ ਕਿ 1500 ਮੈਗਾਵਾਟ ਜਾ ਸਕਦੀ ਹੈ, ਸਾਡੀ ਲੋਕਲ ਪ੍ਰੋਡਕਸ਼ਨ ਜਿਹੜੀ ਆ 6500 ਆ, ਤੇ ਕੁਦਰਤੀ ਆ ਕਿ ਸਾਨੂੰ ਜਿਹੜੀ ਬਿਜਲੀ ਆ ਇਹ ਇੰਪੋਰਟ ਕਰਨੀ ਪਏਗੀ, ਲੈਣੀ ਪਏਗੀ। ਕਿਉਂਕਿ ਦਿੱਲੀ ਦੇ ਵਿੱਚ 200 ਯੂਨਿਟ ਬਿਜਲੀ ਮੁਫਤ ਦਿੱਤੀ ਜਾਂਦੀ ਸੀ। ਪੰਜਾਬ 'ਚ ਇੱਕ ਗਰੰਟੀ ਦਿੱਤੀ ਗਈ ਸੀ 300 ਯੂਨਿਟ ਬਿਜਲੀ 1 ਜੁਲਾਈ ਤੋਂ ਇਸ ਦਾ ਐਲਾਨ ਕਰ ਦਿੱਤਾ ਗਿਆ। ਕੀ ਹੁਣ ਜਿਹੜੇ ਨਵੇਂ ਬਿੱਲ ਆਣਗੇ, ਜਿਹੜੇ ਅਗਸਤ ਦੇ ਵਿੱਚ ਬਿੱਲ ਆਣਗੇ, ਲੋਕਾਂ ਨੂੰ ਰਾਹਤ ਮਿਲੇਗੀ? 300 ਯੂਨਿਟ ਬਿਜਲੀ ਮੁਫਤ ਹੋ ਚੁੱਕੀ ਹੈ, ਹਰੇਕ ਵਰਗ ਦੇ ਲਈ ਹੋ ਚੁੱਕੀ ਹੈ। ਕੋਈ ਕੀ ਇਸ ਦੇ ਵਿੱਚ ਕ੍ਰਾਈਟੇਰੀਆ ਰੱਖਿਆ ਗਿਆ? ਸਾਡੇ ਮਾਨਯੋਗ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨੇ, ਸਾਡੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਗਰੰਟੀ ਦਿੱਤੀ ਸੀਗੀ ਡਿਊਰਿੰਗ ਇਲੈਕਸ਼ਨ ਕੈਂਪੇਨ ਦੇ ਵਿੱਚ ਕਿ ਅਸੀਂ ਪੰਜਾਬ ਦੇ ਵਿੱਚ ਹਰ ਘਰ ਨੂੰ 300 ਯੂਨਿਟ ਪ੍ਰਤੀ ਮਹੀਨਾ ਤੇ 600 ਯੂਨਿਟ 2 ਮਹੀਨਿਆਂ ਦਾ ਅਸੀਂ ਫ੍ਰੀ ਦੇਵਾਂਗੇ। ਉਹ ਸਾਡੀ ਜਿਹੜੀ ਗਰੰਟੀ ਆ ਉਹ ਅਸੀਂ 1 ਜੁਲਾਈ ਤੋਂ ਪੂਰੀ ਕਰ ਦਿੱਤੀ ਹੈ। ਲਗਭਗ 74,80,000 ਜਿਹੜੇ ਨੇ ਡੋਮੈਸਟਿਕ ਕਨੈਕਸ਼ਨ ਨੇ, ਔਰ ਹਰ ਵਰਗ ਨੂੰ ਅਸੀਂ ਉਹਦੇ ਵਿੱਚ ਇਨਕਲੂਡ ਕੀਤਾ। ਪੁਰਾਣੇ ਜਿੱਥੇ ਸਬਸਿਡੀ ਮਿਲਦੀ ਸੀਗੀ, ਕਿਸੇ ਦੀ ਵੀ ਸਬਸਿਡੀ ਘਟਾਈ ਨਹੀਂ ਗਈ, ਕਿਸੇ ਦੇ ਵੀ ਕੋਈ ਯੂਨਿਟ ਵਾਪਸ ਨਹੀਂ ਲਏ ਗਏ, ਚਾਹੇ ਉਹ ਕਿਸੇ ਵੀ ਕੈਟਾਗਰੀ ਦਾ ਸੀਗਾ। ਅਸੀਂ 300 ਯੂਨਿਟ ਬੱਤੀ ਹਰ ਇੱਕ ਨੂੰ ਫ੍ਰੀ ਦੇਣ ਵਾਸਤੇ 1 ਜੁਲਾਈ ਨੂੰ ਆਪਣੀ ਪਹਿਲੀ ਗਰੰਟੀ ਜਿਹੜੀ ਆ ਉਹ ਪੂਰੀ ਕਰ ਦਿੱਤੀ ਆ। ਦੂਜਾ ਸਵਾਲ ਤੁਹਾਡਾ ਕਿ ਜਿਹੜੇ ਬਿੱਲ ਜੁਲਾਈ ਦੇ ਅਗਸਤ ਦੇ ਵਿੱਚ ਆਉਣਗੇ, ਉਹਨਾਂ ਦੇ ਵਿੱਚ ਲਗਭਗ 80% ਲੋਕਾਂ ਦੇ ਡੋਮੈਸਟਿਕ ਕਨੈਕਸ਼ਨਸ ਤੇ ਬਿੱਲ ਕੋਈ ਜਿਹੜਾ ਕ੍ਰਾਈਟੇਰੀਆ ਹੈ ਕਿ ਕਿੰਨੇ ਕਿਲੋਵਾਟ ਤੱਕ ਦੇ ਘਰੇਲੂ ਇਹ ਕਨੈਕਸ਼ਨ ਹੋਣਗੇ? ਨਹੀਂ, ਇਹ ਸਰਕੂਲਰ ਅਸੀਂ ਜਾਰੀ ਕਰ ਰਹੇ ਹਾਂ। ਬਾਕੀ ਇਨਕਲੂਡ ਅਸੀਂ ਹਰ ਇੱਕ ਪਰਿਵਾਰ ਨੂੰ ਕੀਤਾ ਹੈ। ਕੋਈ ਇਹ ਨਹੀਂ ਆ ਕਿ ਕੋਈ ਵੀ ਇਹਦੇ ਤੋਂ ਵਾਂਝਾ ਜਿਹੜਾ ਉਹ ਨਹੀਂ ਰਹੂਗਾ। ਅੱਛਾ, ਇਸ ਤੋਂ ਬਾਅਦ ਇਹ ਦੇਖਣ ਚ ਆਇਆ ਕਿ ਲੋਕਾਂ ਨੇ ਘਰਾਂ ਦੇ ਵਿੱਚ 2-2 ਮੀਟਰ ਲਗਾਉਣੇ ਸ਼ੁਰੂ ਕਰਤੇ। ਅਗਰ 2 ਫਲੋਰ ਨੇ 2-2 ਮੀਟਰ ਲਗਾਉਣੇ, ਬਹੁਤ ਸਾਰੀਆਂ ਐਪਲੀਕੇਸ਼ਨ ਆ ਗਈਆਂ। ਹੁਣ ਉਹ 2-2 ਮੀਟਰ ਵਾਲਾ ਕਨਸੈਪਟ ਕੀ ਹੈ? ਕਿਵੇਂ 2-2 ਮੀਟਰ ਲੱਗ ਸਕਦੇ ਆ, ਨਹੀਂ ਲੱਗ ਸਕਦੇ? ਜਿਹੜੇ ਅਪਲਾਈ ਕਰ ਰਹੇ ਆ ਉਹਨਾਂ ਦੇ ਉੱਤੇ ਕੀ ਕੁਝ ਇਸ ਵੇਲੇ ਮਹਿਕਮਾ ਕਰ ਰਿਹਾ? ਹਰ ਨਵਾਂ ਮੀਟਰ ਲੈਣ ਵਾਸਤੇ ਮਹਿਕਮੇ ਕੋਲ ਹਦਾਇਤਾਂ ਮੌਜੂਦ ਨੇ ਕਿ ਕਿਸ ਤਰ੍ਹਾਂ ਨਵਾਂ ਮੀਟਰ ਜਿਹੜਾ ਉਹ ਮਿਲਦਾ ਹੈ।
ਉਹਨਾਂ ਹਦਾਇਤਾਂ ਦੇ ਮੁਤਾਬਕ ਹੀ ਨਵਾਂ ਮੀਟਰ ਮਿਲੇਗਾ। ਜੇ ਕੋਈ ਇਹੋ ਜਿਹੀ ਕੋਸ਼ਿਸ਼ ਹੋਏਗੀ ਕਿ 600 ਯੂਨਿਟ ਫ੍ਰੀ ਲੈਣ ਵਾਸਤੇ ਕੋਈ ਪੰਜਾਬ ਜਗਾੜ 'ਚ ਜਾਣਿਆ ਨਵਾਂ ਜਾਂਦਾ ਮੀਟਰ ਕਿ ਜਿਹੜਾ ਉਹ ਅਸੀਂ ਉਹਦੇ ਤੇ ਜ਼ਰੂਰ ਚੈੱਕ ਰੱਖਾਂਗੇ, ਕਿਉਂਕਿ ਪਾਵਰ ਜਿਹੜੀ ਆ ਹਰ ਇੱਕ ਨੂੰ ਚਾਹੀਦੀ ਹੈ, ਜੀ ਬਿਜਲੀ ਜਿਹੜੀ ਆ ਹਰ ਘਰ ਨੂੰ ਚਾਹੀਦੀ ਆ, ਸੋ ਮਿਸਯੂਜ਼ ਨਹੀਂ ਹੋਣ ਦਿਆਂਗੇ। ਠੀਕ ਹੈ। ਮੰਤਰੀ ਜੀ, ਇੱਕ ਹੋਰ ਚੀਜ਼ ਸਮਝਣੀ ਚਾਹੁੰਦਾ ਹੈ ਕਿ ਇਸ ਸਮੇਂ ਤੁਸੀਂ 3.5 ਮਹੀਨੇ ਹੋ ਚੁੱਕੇ ਆ ਕਿ ਪੂਰੇ ਡਿਪਾਰਟਮੈਂਟ ਨੂੰ ਦੇਖ ਰਹੇ ਹੋ, ਫੋਕਸ ਕਿਸ ਦੇ ਉੱਪਰ ਹੈ ਡਿਪਾਰਟਮੈਂਟ ਦਾ ਤੁਹਾਡਾ? ਪੰਜਾਬ ਦੇ ਵਿੱਚ ਜੇ 6500 ਪ੍ਰੋਡਕਸ਼ਨ ਆਪਾਂ ਕਰ ਰਹੇ ਹਾਂ ਮੈਗਾਵਾਟ, ਆਪਣੀ ਡਿਮਾਂਡ ਹੈਗੀ ਹੈ ਕਰੀਬ 14-15 ਹਜ਼ਾਰ, ਤਾਂ ਬਹੁਤ ਫਰਕ ਹੈ, ਤੁਹਾਨੂੰ ਨੈਸ਼ਨਲ ਗ੍ਰਿਡ ਚੋਂ ਬਿਜਲੀ ਖਰੀਦਣੀ ਪੈਂਦੀ ਹੈ। ਹੁਣ ਆਪਾਂ ਫੋਕਸ ਕਿਸ ਦੇ ਉੱਤੇ ਡਿਪਾਰਟਮੈਂਟ ਕਰ ਰਿਹਾ ਹੈ? ਟਰਾਂਸਮਿਸ਼ਨ ਨੂੰ ਮਜ਼ਬੂਤ ਕਰਨ ਵਾਸਤੇ ਕਿ ਅਸੀਂ ਨੈਸ਼ਨਲ ਗ੍ਰਿਡ ਚੋਂ ਜ਼ਿਆਦਾ ਬਿਜਲੀ ਲੈ ਕੇ ਆ ਸਕੀਏ, ਕਿਉਂਕਿ ਜੇ ਟਰਾਂਸਮਿਸ਼ਨ ਨਹੀਂ ਹੋਏਗੀ ਤਾਂ ਨਹੀਂ ਆ ਸਕੇਗੀ, ਜਾਂ ਫਿਰ ਪੰਜਾਬ ਦੇ ਵਿੱਚ ਹੀ ਪ੍ਰੋਡਕਸ਼ਨ ਨੂੰ ਵਧਾਇਆ ਜਾਵੇ, ਉਸ ਦੇ ਉੱਤੇ ਕਿਸ ਚੀਜ਼ ਪਰ ਤੁਸੀਂ ਫੋਕਸ ਕਰ ਰਹੇ ਹੋ? ਦੇਖੋ, ਦੋਨਾਂ ਚੀਜ਼ਾਂ ਤੇ ਫੋਕਸ ਕਰਨਾ ਪਏਗਾ, ਕਿਉਂਕਿ ਅਸੀਂ ਪੰਜਾਬ ਦੇ ਵਿੱਚ ਚਾਹੁੰਦੇ ਹਾਂ ਕਿ ਸਾਡੇ ਸੋਲਰ ਪਲਾਂਟਸ ਜਿਹੜੇ ਨੇ ਜੀ। ਉਹ ਜ਼ਿਆਦਾ ਲੱਗਣ ਔਰ ਹਾਈਡਲ ਤੋਂ ਬਿਜਲੀ ਕਿਉਂਕਿ ਸਸਤੀ ਹੁੰਦੀ ਆ ਉਹ ਲਈ ਜਾਵੇ। ਬਾਕੀ ਜੇ ਆਪਾਂ ਦੇਖੀਏ ਕਿ ਟਰਾਂਸਮਿਸ਼ਨ ਰਾਹੀਂ ਬਿਜਲੀ, ਉਹ ਤੇ ਅਸੀਂ ਆਲਰੇਡੀ ਮੈਂ ਤੁਹਾਨੂੰ ਦੱਸ ਚੁੱਕਾ ਹਾਂ ਕਿ ਅਸੀਂ ਟਰਾਂਸਮਿਸ਼ਨ ਕਪੈਸਿਟੀ ਵੀ ਵਧਾ ਰਹੇ ਹਾਂ, 8500 ਤੱਕ ਲੈ ਕੇ ਗਏ ਹਾਂ। ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਉਹ ਵੀ ਵਧਾਵਾਂਗੇ, ਕਿਉਂਕਿ ਜਿਹੜੀ ਡਿਮਾਂਡ ਆ ਇੱਕ ਤਾਂ ਸਥਿਰ ਨਹੀਂ ਹੁੰਦੀ। ਡਿਮਾਂਡ ਜਿਹੜੀ ਆ ਜੇ ਇਸ ਵਾਰੀ 15000 ਆ ਤੇ ਨੈਚੁਰਲੀ ਅਗਲੇ ਸਾਲ ਹੋਰ ਵੀ ਵਧਣ ਦੇ ਆਸਾਰ ਜਿਹੜੇ ਹੋਣਗੇ। ਸੋ ਅਸੀਂ ਦੋਨਾਂ ਚੀਜ਼ਾਂ ਤੇ ਫੋਕਸ ਕਰ ਰਹੇ ਹਾਂ ਕਿ ਅਸੀਂ ਲੋਕਲ ਲੈਵਲ ਤੇ ਵੀ ਜ਼ਿਆਦਾ ਪ੍ਰੋਡਕਸ਼ਨ ਕਰ ਸਕੀਏ ਤੇ ਟਰਾਂਸਮਿਸ਼ਨ ਦੀ ਕਪੈਸਿਟੀ ਵੀ ਕੀ ਵਧਾਈਏ। ਪਾਵਰ ਐਗਰੀਮੈਂਟ ਰੱਦ ਕੀਤੇ ਜਾਣਗੇ? ਇਸ ਵੇਲੇ ਸਰਕਾਰ ਇਸ ਤੇ ਸੋਚ ਰਹੀ, ਕਿਉਂਕਿ ਵਿਰੋਧੀ ਧਿਰ 'ਚ ਜਦੋਂ ਸੀਗੀ ਲਗਾਤਾਰ ਅਮਨ ਅਰੋੜਾ ਇਹ ਮੁੱਦਾ ਚੁੱਕਦੇ ਸੀ, ਕੁਲਤਾਰ ਸੰਧਵਾ ਇਹ ਮੁੱਦਾ ਚੁੱਕਦੇ ਸੀ ਕਿ ਪ੍ਰਾਈਵੇਟ ਕੰਪਨੀਆਂ ਬਹੁਤ ਮਹਿੰਗੀ ਬਿਜਲੀ ਦੇ ਰਹੀਆਂ, ਔਰ ਜਦੋਂ ਪੀਕ ਤੇ ਸੀਜ਼ਨ ਹੁੰਦਾ, ਜਦੋਂ ਇਹ ਪੀਕ ਤੇ ਸੀਜ਼ਨ ਹੈ ਤਾਂ ਕੋਈ ਨਾ ਕੋਈ ਫਾਲਟ ਐਲਾਨ ਕਰਕੇ ਉਹ ਪਿੱਛੇ ਹਟ ਜਾਂਦੇ ਨੇ, ਤਾਂ ਸਰਕਾਰ ਨੂੰ ਬਹੁਤ ਇੱਕ ਵੱਡਾ ਨੁਕਸਾਨ ਹੁੰਦਾ ਹੈ। ਦੇਖੋ, ਇਹ ਜਿਹੜੇ IPPs ਨੇ ਇਹਨਾਂ ਨੂੰ ਅਸੀਂ ਪੂਰਾ ਐਗਜ਼ਾਮਨ ਕਰ ਰਹੇ ਹਾਂ, ਇਹਦੇ ਤੇ ਪੂਰੀ ਲੀਗਲ ਰਾਏ ਜਿਹੜੀ ਆ ਉਹ ਲਈ ਜਾ ਰਹੀ ਆ। ਅਸੀਂ ਹਰ ਇੱਕ ਚੀਜ਼ ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿ ਕੇ ਹੀ ਕਰਾਂਗੇ ਔਰ ਕੋਸ਼ਿਸ਼ ਕਰਾਂਗੇ ਕਿ ਜੋ ਵੀ IPPs ਨੇ ਜੋ ਵੀ ਵੱਧ ਸਾਡੇ ਕੋਲ ਚਾਰजेस ਕਰ ਰਹੇ ਨੇ ਅਸੀਂ ਇਹਨਾਂ ਨੂੰ ਰਿਡਿਊਸ ਕਰ ਸਕੀਏ। ਠੀਕ ਹੈ। ਤੁਸੀਂ ਮੈਂ ਇੱਕ ਹੋਰ ਨੈਕਸਟ ਪੁਆਇੰਟ ਦੇ ਉੱਤੇ ਜਾ ਰਹੇ ਹਾਂ ਸਰ। ਤੁਸੀਂ ਕਹਿ ਰਹੇ ਹੋ ਕਿ ਐਗਜ਼ਾਮਿਨ ਕਰ ਰਹੇ ਹੋ ਤੁਸੀਂ। ਪਿਛਲੇ ਕੁਝ ਦਿਨਾਂ ਦੇ ਵਿੱਚ ਮੈਨੂੰ ਖੁਦ ਨੂੰ ਵੀ ਮੌਕਾ ਮਿਲਿਆ ਕਿ ਜਿਹੜੇ ਪ੍ਰਾਈਵੇਟ ਥਰਮਲ ਪਲਾਂਟ ਇਹਨਾਂ ਨੂੰ ਵਿਜ਼ਿਟ ਕਰਨ ਦਾ, ਉਹ ਦਾਅਵਾ ਕਰਦੇ ਨੇ ਕਿ ਅਸੀਂ ਸਸਤੀ ਬਿਜਲੀ ਦੇ ਰਹੇ ਹਾਂ। ਅਸੀਂ ਪੰਜਾਬ ਦੀ ਰੀੜ ਦੀ ਹੱਡੀਆਂ ਇਸ ਸਮੇਂ 'ਚ ਬਿਜਲੀ ਡਿਪਾਰਟਮੈਂਟ ਦਾ ਮੈਂ ਸਪੈਸੀਫਿਕਲੀ ਜ਼ਿਕਰ ਕਰਾਂ, ਤੁਸੀਂ ਵੱਖ ਰਾਏ ਰੱਖਦੇ ਹੋ ਜਾਂ ਤੁਹਾਨੂੰ ਵੀ ਲੱਗਦਾ ਕਿ ਹਾਂ ਉਹ ਜੋ ਕੰਮ ਕਰ ਰਹੇ ਨੇ? ਨਹੀਂ, ਦੇਖੋ, ਬਿਜਲੀ ਦੀ ਲੋੜ ਮੁਤਾਬਕ ਬਿਜਲੀ ਚਾਹੀਦੀ ਆ, ਇਹ ਤੇ ਹਰ ਇੱਕ ਨੂੰ ਪਤਾ ਹੈ, ਬੇਸਿਕ ਨੈਸੈਸਿਟੀ ਆ। ਔਰ ਖਾਸ ਤੌਰ ਤੇ ਸਾਡੀਆਂ ਦੂਜੀਆਂ ਜੋ ਲੋੜਾਂ ਨੇ, ਅੱਜ ਤਾਂ ਪਾਣੀ ਦੀ ਲੋੜ ਜਾਂ ਹਵਾ, ਉਹ ਵੀ ਬਿਜਲੀ ਤੇ ਡਿਪੈਂਡ ਕਰਦੀ ਹੈ। ਕੋਈ ਬਿਜਲੀ ਬੰਦ ਹੋ ਜਾਏਗੀ ਤੇ ਨਾ ਕੋਈ ਪੱਖਾ ਚੱਲੇਗਾ, ਨਾ ਹਵਾ ਆਏਗੀ, ਨਾ ਮੋਟਰ ਚੱਲੇਗੀ, ਨਾ ਪਾਣੀ ਆਏਗਾ। ਬਿਲਕੁਲ। ਸੋ ਇਹ ਜਿਹੜੀ ਆ ਇਹ ਬਹੁਤ ਅਹਿਮ ਜਿਹੜੀ ਆ ਲੋੜਾਂ ਦੇ ਨਾਲ ਜੁੜੀ ਹੋਈ ਆ। ਇਸੇ ਕਰਕੇ ਅਸੀਂ ਬਹੁਤ ਡੀਪ ਦੇ ਵਿੱਚ ਕੋਈ ਐਨਾਲਾਈਸਿਸ ਕਰਕੇ ਫਿਰ ਹੀ ਮਤਲਬ ਇਸ ਪਾਸੇ ਵੱਲ ਵੱਧ ਸਕਦੇ। ਸਰਕਾਰ ਸੋਲਰ ਪ੍ਰੋਜੈਕਟ ਵਾਲੇ ਪਾਸੇ ਜਾ ਰਹੀ ਹੈ, ਕਿਉਂਕਿ ਮੈਂ ਬਠਿੰਡਾ ਵਾਲੇ ਏਰੀਆ 'ਚ ਗਿਆ ਸੀਗਾ, ਉੱਥੇ ਕਈ ਥਾਵਾਂ ਤੇ ਮੋਟਰਾਂ ਤੇ ਸੋਲਰ ਪ੍ਰੋਜੈਕਟ ਲੱਗੇ ਹੋਏ ਆ, ਲੇਕਿਨ ਉਹ ਕਹਿ ਰਹੇ ਸੀ ਕਿ ਸਬਸਿਡੀ ਸਾਨੂੰ ਦਿੱਤੀ ਜਾਵੇ, ਜਿਹੜੀ 1.5 ਲੱਖ ਦਾ ਸਾਡਾ ਸੋਲਰ ਪਲਾਂਟ ਲੱਗਦਾ, ਅਗਰ 80-85 ਹਜ਼ਾਰ ਦਾ ਮਿਲ ਜੇ। ਕਹਿੰਦੇ ਕਈ ਥਾਵਾਂ ਤੇ ਮਿਲਦੀ ਵੀ ਹੈ, ਲੇਕਿਨ ਲਾਈਨਾਂ 'ਚ ਲੱਗਣਾ ਪੈਂਦਾ ਹੈ, 3-3 ਮਹੀਨੇ ਇੰਤਜ਼ਾਰ ਹੁੰਦਾ ਵਾ। ਸੋਲਰ ਪਲਾਂਟ ਸਰਕਾਰੀ ਬਿਲਡਿੰਗਾਂ 'ਚ ਹੋਵੇ, ਸੋਲਰ ਪਲਾਂਟ ਖੇਤੀਬਾੜੀ ਸੈਕਟਰ 'ਚ ਹੋਵੇ, ਮੈਨੂੰ ਲੱਗਦਾ ਇਹ ਇੱਕ ਵੱਡਾ ਫਾਇਦਾ ਹੋ ਜਾਏਗਾ ਕਿ ਅਗਰ ਖੇਤੀਬਾੜੀ ਸੈਕਟਰ ਦੇ ਵਿੱਚ ਮੋਟਰਾਂ ਤੇ ਸੋਲਰ ਪਲਾਂਟ ਲੱਗ ਜਾਣ। ਦੇਖੋ, ਅਸੀਂ ਉੱਥੇ ਵੀ ਸੋਲਰ ਪਲਾਂਟ ਇੰਟਰੋਡਿਊਸ ਕਰਾਂਗੇ, ਪਲੱਸ ਅਸੀਂ ਜਿਹੜੇ ਗਵਰਨਮੈਂਟ ਬਿਲਡਿੰਗਸ ਨੇ, ਸਕੂਲਸ, ਹਸਪੀਟਲਸ ਜਾਂ ਸਾਡੇ ਐਡਮਿਨਿਸਟ੍ਰੇਟਰਸ ਜਿਹੜੇ ਨੇ ਉਹਨਾਂ ਦੇ ਜਿਹੜੇ ਆਫਿਸ ਨੇ, ਅਸੀਂ ਪਲਾਨ ਕਰ ਰਹੇ ਹਾਂ ਕਿ ਸਾਰਿਆਂ ਦੇ ਉੱਤੇ ਸੋਲਰ ਪ੍ਰੋਜੈਕਟ ਜਿਹੜੇ ਸਰਕਾਰ ਖਰਚਾ ਕਰੇਗੀ, ਸਬਸਿਡੀ ਦੇਗੀ ਜਾਂ ਕੋਈ ਪਰਸੈਂਟੇਜ ਹੋਏਗੀ? ਦੇਖੋ, ਜਿਹੜੇ ਸਰਕਾਰੀ ਅਦਾਰੇ ਨੇ ਕੁਦਰਤੀ ਆ, ਉਹਦੇ ਸਰਕਾਰ ਹੀ ਉਹਦੇ ਤੇ ਖਰਚ ਕਰੇਗੀ। ਜਿੱਥੇ ਕੋਈ ਪ੍ਰਾਈਵੇਟ ਆ ਉਹਨਾਂ ਦੇ ਨਾਲ ਕੋਈ ਸਬਸਿਡੀ ਦੇ ਕੇ ਅਸੀਂ ਪ੍ਰਮੋਟ ਕਰਨਾ ਹੈ, ਸੋਲਰ ਨੂੰ ਪ੍ਰਮੋਟ ਕਰਨਾ। ਸਰਕਾਰੀ ਅਦਾਰੇ ਤੋਂ ਯਾਦ ਆਇਆ, ਪਿਛਲੇ ਦਿਨਾਂ 'ਚ ਕੁੰਡੀ ਹਟਾਓ ਮੁਹਿੰਮ ਤੁਸੀਂ ਸ਼ੁਰੂ ਕੀਤੀ ਸੀ। ਪਤਾ ਲੱਗਾ ਕਿ ਥਾਣਿਆਂ ਦੇ ਵਿੱਚ, ਪੁਲਿਸ ਸਟੇਸ਼ਨ ਦੇ ਵਿੱਚ ਕੁੰਡੀਆਂ ਪਾ ਕੇ ਕਈ ਸਾਲਾਂ ਤੋਂ ਪੁਲਿਸ ਮਹਿਕਮਾ ਰਹਿ ਰਿਹਾ ਹੈ। ਬਹੁਤ ਸਾਰੇ ਸਰਕਾਰੀ ਦਫ਼ਤਰ ਸੀਗੇ, ਮਹਿਕਮੇ ਸੀਗੇ, ਉੱਥੇ ਕੁੰਡੀਆਂ ਪਾਈਆਂ ਹੋਈਆਂ ਸੀ ਔਰ ਇੱਕ ਵੱਡਾ ਨੁਕਸਾਨ ਹੋ ਰਿਹਾ ਸੀ। ਕਿੰਨੇ ਕੁ ਇਸ ਵੇਲੇ ਕੁੰਡੀ ਹਟਾਓ ਮੁਹਿੰਮ ਦੇ ਤਹਿਤ ਥਾਣੇ, ਕਿਹੜੇ ਥਾਣੇ ਸੀਗੇ,
ਕਿਹੜੇ-ਕਿਹੜੇ ਹਸਪਤਾਲ ਸੀ ਜਾਂ ਕਿੱਥੇ-ਕਿੱਥੇ ਕੀ ਕੁਝ ਐਕਸ਼ਨ ਮਹਿਕਮੇ ਵੱਲੋਂ ਉਹਨਾਂ ਦੇ ਉੱਤੇ ਲਿੱਤਾ ਗਿਆ? ਦੇਖੋ, ਅਸੀਂ ਬਿਜਲੀ ਥੈਫਟ ਜਿਹੜੀ ਆ ਇਹਨੂੰ ਰੋਕਣ ਦੀ ਪੂਰੀ ਕੋਸ਼ਿਸ਼ ਦੇ ਵਿੱਚ ਆ, ਕਿਉਂਕਿ ਜਦੋਂ ਬਿਜਲੀ ਥੈਫਟ ਹੁੰਦੀ ਆ ਤੇ ਬਿਜਲੀ ਦਾ ਮਿਸਯੂਜ਼ ਵੀ ਹੁੰਦਾ। ਜਿਸ ਬੰਦੇ ਨੇ ਤਾਰ ਲਾਈ ਹੁੰਦੀ ਆ ਜਾਂ ਕੁੰਡੀ ਲਾਈ ਹੁੰਦੀ ਆ, ਉਹ ਲੋੜ ਮੁਤਾਬਕ ਨਹੀਂ ਵਰਤਦਾ, ਉਹ ਇਸ ਤਰ੍ਹਾਂ ਵਰਤਣ ਲੱਗ ਜਾਂਦਾ, ਕੋਈ ਨਹੀਂ ਫ੍ਰੀ ਆ, ਇਸ ਤਰ੍ਹਾਂ ਹੀ ਆ, ਇਸ ਤਰ੍ਹਾਂ ਚੱਲਾਂਗੇ, ਆਪਾਂ ਕਿਹੜਾ ਬਿੱਲ ਦੇਣਾ। ਹਾਂ, ਸੋ ਅਸੀਂ ਇਹਦੇ ਵਿਰੁੱਧ ਮੁਹਿੰਮ ਜਿਹੜੀ ਆ ਉਹ ਵਿੱਢੀ ਹੋਈ ਆ। ਲੋਕ ਸਾਡਾ ਸਾਥ ਵੀ ਦੇ ਰਹੇ ਨੇ। ਕਿੰਨੇ ਕੁ ਥਾਣਿਆਂ 'ਚ ਕਾਰਵਾਈ ਹੋਈ ਹੈ? ਕਾਫੀ ਹੋਈ ਆ। ਸਾਡੇ PSPCL ਦੇ ਆਪਣੇ ਥਾਣੇ ਵੀ ਹੈਗੇ ਨੇ, ਅਸੀਂ ਉੱਥੇ ਵੀ FIR ਲੌਜ ਕਰਾਈਆਂ ਨੇ। ਬਾਕੀ ਜਿੱਥੋਂ ਤੱਕ ਬਿਲਸ ਦਾ ਸੰਬੰਧ ਆ, ਗਵਰਨਮੈਂਟ ਬਿਲਡਿੰਗਸ ਦਾ ਜਾਂ ਥਾਣਿਆਂ ਦਾ, ਜਿਵੇਂ ਤੁਸੀਂ ਦੱਸਿਆ, ਸੋ ਇਹ ਗੱਲ ਤੁਹਾਡੀ ਸੱਚੀ ਆ ਕਿ ਪਿਛਲੀਆਂ ਸਰਕਾਰਾਂ 'ਚ ਇਵੇਂ ਹੀ ਚੱਲਦਾ ਰਿਹਾ, ਇਵੇਂ ਹੀ ਚੱਲਦਾ ਰਿਹਾ। ਕੋਈ ਗਵਰਨਮੈਂਟ ਅਦਾਰੇ ਜਿਹੜੇ ਸੀਗੇ ਉਹਨਾਂ ਨੇ ਬਿੱਲ ਜਿਹੜੇ ਆ ਉਹ ਨਹੀਂ ਭਰੇ। ਸੋ ਅਸੀਂ ਹੁਣ ਉਹਨਾਂ ਦੇ ਵਿਭਾਗਾਂ ਦੇ ਨਾਲ ਵੀ ਤਾਲਮੇਲ ਪੈਦਾ ਕਰਕੇ ਤੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਉਹ ਵੀ ਜਿਹੜੇ ਨੇ ਜੋ PSPCL ਨੂੰ ਉਹਨਾਂ ਦਾ ਬਣਦਾ ਬਕਾਇਆ ਆ ਉਹ ਦੇਣ, ਅਦਾ ਕਰਨ। ਮੰਤਰੀ ਸਾਹਿਬ, ਮੈਂ ਇੱਕ ਹੋਰ ਚੀਜ਼ ਪੁੱਛਣੀ ਚਾਹੁੰਦਾ, ਕਿਉਂਕਿ CM ਭਗਵੰਤ ਮਾਨ ਹੋਰਾਂ ਨੇ ਇੱਕ ਅਨਾਉਂਸਮੈਂਟ ਕੀਤੀ ਗਈ ਕਿ 31 ਦਸੰਬਰ ਤੋਂ ਪਹਿਲਾਂ ਵਾਲੇ ਜਿਹੜੇ ਬਿੱਲ ਮਾਫ ਨੇ, ਉਹ ਕੀ ਕ੍ਰਾਈਟੇਰੀਆ ਸਰ? ਸਾਰਿਆਂ ਦੇ ਬਿੱਲ ਮਾਫ ਨੇ ਘਰੇਲੂ? ਹਾਂ, ਉਹ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਅਨਾਉਂਸਮੈਂਟ ਕੀਤੀ ਆ ਕਿ 31 ਦਸੰਬਰ 2021 ਤੱਕ ਜਿੰਨੇ ਵੀ ਬਿੱਲ ਨੇ ਘਰੇਲੂ ਉਹਨਾਂ ਨੂੰ ਅਸੀਂ ਕੋਈ ਕੰਡੀਸ਼ਨ ਲਾਉਣ ਤੋਂ ਬਗੈਰ ਉਹਨਾਂ ਨੂੰ ਜਿਹੜਾ। ਮੰਤਰੀ ਸਾਹਿਬ, ਬਹੁਤ ਸਾਰੇ ਲੋਕਾਂ ਦੇ ਮੈਸੇਜ ਸਾਡੇ ਕੋਲ ਵੀ ਪਹੁੰਚਦੇ, ਇਨਫੈਕਟ ਤੁਹਾਡੇ ਕੋਲ ਵੀ ਪਹੁੰਚਦੇ ਹੋਣਗੇ। ਬਹੁਤ ਵੱਡੀ ਤਾਦਾਦ ਦੇ ਵਿੱਚ ਲੋਕ ਬਹੁਤ ਇਮਾਨਦਾਰੀ ਦੇ ਨਾਲ ਬਿੱਲ ਭਰਦੇ ਨੇ ਆਪਣਾ। ਉਹ ਜਾਣਨਾ ਚਾਹੁੰਦੇ ਨੇ ਕਿ ਸਾਡਾ ਕੀ ਕਸੂਰ ਜੇ ਅਸੀਂ ਬਿੱਲ ਭਰਤਾ, ਕਿ ਜੇ ਅਸੀਂ ਬਿੱਲ ਨਾ ਭਰਦੇ ਤਾਂ ਸਾਡਾ ਵੀ ਮਾਫ ਹੋ ਜਾਂਦਾ। ਤੁਹਾਨੂੰ ਨਹੀਂ ਲੱਗਦਾ ਕਿ ਕੋਈ ਨਾ ਕੋਈ ਕ੍ਰਾਈਟੇਰੀਆ ਹੋਣਾ ਚਾਹੀਦਾ ਕਿ ਕੋਈ ਇਨਕਮ ਟੈਕਸ ਵੀ ਭਰਨ ਵਾਲਾ ਉਹਦਾ ਵੀ ਬਿੱਲ ਮਾਫ, ਕੋਈ ਗਰੀਬ ਤਬਕੇ ਦਾ, ਕੋਈ ਰਿਕਸ਼ਾ ਚਲਾਉਣ ਵਾਲਾ, ਦਿਹਾੜੀ ਕਰਨ ਵਾਲਾ, ਉਹਦਾ ਵੀ ਬਿੱਲ ਮਾਫ, ਉਹਨਾਂ ਦਾ ਫਿਰ ਵੀ ਸਮਝ ਆਉਂਦਾ ਕਿ ਹਰ ਕਿਸੇ ਦਾ ਬਿੱਲ ਮਾਫ? ਬੇਸਿਕਲੀ ਲੋਕਾਂ ਦਾ ਇਹ ਸਵਾਲ ਹੈ ਜਿਹੜੇ ਬਿੱਲ ਬਹੁਤ ਇਮਾਨਦਾਰੀ ਨਾਲ ਭਰਦੇ ਨੇ। ਦੇਖੋ, ਜਿਸ ਵਿਅਕਤੀ ਦਾ ਇਹਨੇ ਬਿੱਲ ਨਹੀਂ ਭਰਿਆ, ਮੀਟਰ ਕੱਟ ਹੋ ਗਿਆ ਜੀ, ਵੀ ਉਹਦਾ ਮਤਲਬ ਅਸੀਂ ਸਮਝ ਸਕਦੇ ਹਾਂ ਕਿ ਉਹਦੀ ਕੋਈ ਮੁਸ਼ਕਲ ਆ। ਅਦਰਵਾਈਜ਼ ਬਿਜਲੀ ਤੋਂ ਬਗੈਰ ਤੇ ਕੋਈ ਰਹਿੰਦਾ ਨਹੀਂ। ਜੇ ਮੇਰੇ ਕੋਲ ਕਪੈਸਿਟੀ ਹੈਗੀ ਆ ਤੇ ਮੈਂ ਕਦੀ ਨਹੀਂ ਚਾਹੂੰਗਾ ਮੇਰਾ ਮਤਲਬ ਬਿੱਲ ਮੈਂ ਨਾ। ਮਤਲਬ ਤੁਸੀਂ ਕਹਿ ਰਹੇ ਹੋ ਕਿ ਜਿਨ੍ਹਾਂ ਨੇ ਵੀ ਬਿੱਲ ਨਹੀਂ ਭਰੇ ਉਹਨਾਂ ਦਾ ਰੀਜ਼ਨ ਵੈਲਿਡ ਜਾਂ ਜਾਇਜ਼ ਹੋਏਗਾ? ਹਾਂ, ਅਸੀਂ ਸਮਝਦੇ ਹਾਂ ਕਿ ਕਿਉਂਕਿ ਇਸ ਤੋਂ ਬਗੈਰ ਕੋਈ ਜਿਹੜਾ ਰਹਿਣਾ ਮੁਸ਼ਕਲ ਆ। ਅੱਛਾ, ਇੱਕ ਝਾਰਖੰਡ ਤੋਂ ਹੁਣ ਕੋਲਾ ਆਏਗਾ, ਉਹ ਕੇਸ ਕਿਵੇਂ ਜਿੱਤਿਆ, ਕੀ ਕੁਛ ਹੈ, ਕਿੰਨਾ ਫਾਇਦਾ ਹੋਏਗਾ ਕਿ ਉਸ ਦੇ ਨਾਲ ਹੋਰ ਬਿਜਲੀ ਸਸਤੀ ਹੋਏਗੀ, ਸਰਕਾਰ ਨੂੰ ਸਸਤੀ ਹੋਏਗੀ ਜਾਂ ਲੋਕਾਂ ਨੂੰ ਸਸਤੀ ਮਿਲੇਗੀ? ਦੇਖੋ, ਪਿਛਵਾੜਾ ਕੋਲ ਮਾਈਨ ਸਾਡੀ ਇਨਓਪਰੇਟਿਵ ਬੜੇ ਲੰਬੇ ਸਮੇਂ ਤੋਂ ਪਈ ਸੀਗੀ, ਕੋਈ ਉਹਦੇ ਤੇ ਸਰਕਾਰਾਂ ਨੇ ਕਾਰਵਾਈ ਨਹੀਂ ਕੀਤੀ, ਔਰ ਕੋਲਾ ਉੱਥੇ ਕੁਆਲਿਟੀ ਵਾਲਾ ਹੈ, ਵਧੀਆ ਹੈ। ਅਸੀਂ ਆਪਣੇ ਅਧਿਕਾਰੀ ਉੱਥੇ ਡਿਪਿਊਟ ਕੀਤੇ ਹੋਏ ਨੇ, ਡੀ ਵਾਟਰਿੰਗ ਦਾ ਪ੍ਰੋਸੈਸ ਚੱਲ ਰਿਹਾ ਆ। ਅਸੀਂ ਪੂਰੀ ਕੋਸ਼ਿਸ਼ ਦੇ ਵਿੱਚ ਆ ਕਿ ਉਹਨੂੰ ਬਹੁਤ ਜਲਦੀ ਆਪਰੇਟਿਵ ਕਰਕੇ ਤੇ ਸਾਡੀ ਆਪਣੀ ਕੈਪਟਿਵ ਕੋਲ ਮਾਈਨ ਆ, ਅਸੀਂ ਉੱਥੋਂ ਕੋਲਾ ਜਿਹੜਾ ਆ ਉਹ ਲਈਏ। ਸੋ ਬਹੁਤ ਜਲਦ ਅਰਾਊਂਡ ਇਸ ਮਹੀਨੇ ਦੇ ਅਖੀਰ 'ਚ ਜਾਂ ਅਗਲੇ ਮਹੀਨੇ ਤੱਕ ਅਸੀਂ ਉਹਨੂੰ ਆਪਰੇਟਿਵ ਕਰਾਂਗੇ। ਅਸੀਂ ਕੋਲਾ ਜਿਹੜਾ ਆ ਉੱਥੋਂ ਮੰਗਵਾਉਣਾ ਸ਼ੁਰੂ ਕਰਾਂਗੇ ਤਾਂ ਕਿ ਜੋ ਥੋੜੀ ਬਹੁਤੀ ਕੋਲੇ ਦੀ ਘਾਟ ਪੈਂਦੀ ਆ ਉਹ ਪੂਰੀ ਹੋ ਸਕੇ। ਇਸ ਦੇ ਨਾਲ ਹੀ ਐਡ ਕਰਨਾ ਚਾਹੁੰਦਾ ਸਰ, 5 ਸਾਲ ਦਾ ਦੱਸੋ, ਕਿਉਂਕਿ ਹਜ਼ਾਰਾਂ AC, ਹਜ਼ਾਰਾਂ ਲੱਖਾਂ AC ਹਰ ਸਾਲ ਲੱਗ ਰਹੇ ਨੇ। ਪੂਰੀ ਦੁਨੀਆ ਇਸ ਸਮੇਂ ਇਲੈਕਟ੍ਰੀਕਲ ਵਹੀਕਲ ਦੇ ਉੱਤੇ ਜਾਣ ਨੂੰ ਤਿਆਰ ਖੜੀ ਹੈ, ਤਾਂ ਉਸ ਦੇ ਲਈ ਵੀ ਬਿਜਲੀ ਚਾਹੀਦੀ ਹੋਏਗੀ। ਤੇ ਜਿਹੜੀ ਅੱਜ 15,000 ਮੈਗਾਵਾਟ ਦੀ ਡਿਮਾਂਡ ਹੈ, ਹੋ ਸਕਦਾ ਕਿ 5 ਸਾਲ ਬਾਅਦ 20,000 ਤੇ ਪਹੁੰਚ ਜਾਵੇ। ਕਾਈਂਡ ਆਫ ਪ੍ਰੈਕਟੀਕਲ ਗੱਲ ਹੈ, ਪੋਸੀਬਲ ਹੋ ਸਕਦਾ ਹੈ। ਕੁਆਇਟ ਪੋਸੀਬਲ। ਕੀ ਪਲਾਨ ਹੈ ਸਰ ਕਿ ਜੇ 20,000 ਹੋ ਗਈ ਤਾਂ ਇਹ ਤਾਂ ਨਹੀਂ ਹੈ ਕਿ ਕੱਲ ਨੂੰ ਮੈਂ ਗੱਡੀ ਲੈ ਆਵਾਂ ਇਲੈਕਟ੍ਰੀਕਲ ਤੇ ਉਸ ਤੋਂ ਬਾਅਦ ਰਾਤ ਨੂੰ ਆ ਕੇ ਫਿਰ ਚਾਰਜ ਕਰਨ ਜੋਗੀ ਨਾ ਹੋਵੇ ਬਿਜਲੀ ਨਾ ਆਵੇ, ਜਾਂ AC ਜਿਸ ਤਦਾਦ ਦੇ ਨਾਲ ਲੱਗ ਰਹੇ ਨੇ, ਤਾਂ ਇਹ ਡਿਮਾਂਡ ਤਾਂ ਬਹੁਤ ਵਧੇਗੀ। 5 ਸਾਲ ਦੀ ਪਲੈਨਿੰਗ ਤੁਸੀਂ ਕੋਈ ਕੀਤੀ ਹੈ? ਬਿਲਕੁਲ, ਸਾਡੇ ਕੋਲ 5 ਸਾਲ ਦੀ ਪਲਾਨਿੰਗ ਆ। ਅਸੀਂ ਮੈਂ ਪਹਿਲਾਂ ਵੀ ਦੱਸ ਚੁੱਕਾ ਹਾਂ ਕਿ ਅਸੀਂ ਜ਼ਿਆਦਾਤਰ ਜਿਹੜਾ ਆ ਉਹ ਰੀਨਿਊਏਬਲ ਸੋਰਸਸ ਜਿਹੜੇ ਨੇ ਉਹਨਾਂ ਵੱਲ ਨੂੰ ਜਾਵਾਂਗੇ। ਸੋਲਰ ਪਲਾਂਟ, ਬਾਇਓਮਾਸ ਜਾਂ ਹੋਰ ਜਿਹੜੇ ਵੀ ਹੈਗੇ ਨੇ ਤਰੀਕੇ, ਉਹਨਾਂ ਵੱਲ ਜਾ ਕੇ ਅਸੀਂ ਬਿਜਲੀ ਜਿਹੜੀ ਆ ਉਹਨੂੰ ਲਵਾਂਗੇ, ਔਰ ਨਾਲ ਦੇ ਨਾਲ ਟਰਾਂਸਮਿਸ਼ਨ ਕਪੈਸਿਟੀ ਵੀ ਵਧਾਵਾਂਗੇ। ਕਿਉਂਕਿ ਮੈਂ ਤੁਹਾਨੂੰ ਪਹਿਲਾਂ ਹੀ ਕਹਿ ਚੁੱਕਾ ਕਿ ਇਹ ਕੋਈ ਇੱਕ ਥਾਂ ਫਿਕਸ ਨਹੀਂ ਕੀਤਾ ਜਾ ਸਕਦਾ ਕਿ ਇਸ ਵਾਰੀ ਸਾਡੀ ਡਿਮਾਂਡ 15,000 ਮੈਗਾਵਾਟ ਆ ਤੇ ਅਗਲੀ ਵਾਰੀ 15 ਹੀ ਰਹੇਗੀ।
ਕਿਉਂਕਿ 15.5 16 ਕਿਸੇ ਵੀ ਪਿਛਲੀ 13,000 ਮੈਕਸਿਮਮ ਗਈ ਸੀ। ਹਾਂ, ਜਿਵੇਂ ਤੁਸੀਂ ਕਿਹਾ ਕਿ 20,000 ਤੱਕ ਵੀ ਜਾ ਸਕਦੀ ਹੈ। ਬਿਲਕੁਲ। ਸੋ ਸਾਨੂੰ ਬੜਾ ਇਹਦੇ ਨਾਲ ਸੰਬੰਧਿਤ ਤਿਆਰ ਜਿਹੜਾ ਆ ਉਹ ਰਹਿਣਾ ਪਊਗਾ। ਅਸੀਂ ਹਰ ਸੰਭਵ ਕੋਸ਼ਿਸ਼ ਕਰਾਂਗੇ ਕਿ ਜਿੰਨੀ ਵੀ ਡਿਮਾਂਡ ਪੰਜਾਬ ਦੇ ਵਿੱਚ ਆਉਂਦੀ ਆ ਉਹਨੂੰ ਹਰ ਹੀਲੇ ਵੱਖ-ਵੱਖ ਔਰ ਕਿਉਂਕਿ PWD ਮਹਿਕਮਾ ਵੀ ਇਹਨਾਂ ਦੇ ਕੋਲ ਹੈ ਬਿਲਕੁਲ। ਔਰ PWD ਮਹਿਕਮੇ ਦੇ ਵਿੱਚ ਇੱਕ ਟੋਲ ਆਉਂਦੇ ਆ। ਟੋਲ ਨੂੰ ਲੈ ਕੇ ਨਿਤਿਨ ਗਡਕਰੀ ਹੋਰਾਂ ਦੀ ਸਟੇਟਮੈਂਟ ਆਈ ਸੀ ਕਿ 60 ਕਿਲੋਮੀਟਰ ਦਾ ਦਾਇਰਾ ਹੋਏਗਾ, ਇਸ ਤੋਂ ਨੀਚੇ ਅਗਰ ਕੋਈ ਟੋਲ ਹੈ ਤਾਂ ਉਸ ਨੂੰ ਬੰਦ ਕੀਤੇ ਜਾਣਗੇ। ਪੰਜਾਬ 'ਚ ਤੁਸੀਂ ਕਿਤੇ ਵੀ ਚਲੇ ਜਾਓ 30-35 ਕਿਲੋਮੀਟਰ ਚੰਡੀਗੜ੍ਹ ਤੋਂ ਤੁਸੀਂ ਬਠਿੰਡੇ ਚਲੇ ਜਾਓ, 5-6 ਟੋਲ ਪੈ ਜਾਂਦੇ। 4-4 3-3 ਟੋਲ ਆ ਰਹੇ, 30 ਕਿਲੋਮੀਟਰ 'ਚ ਟੋਲ ਆ ਰਹੇ ਆ ਔਰ ਲੋਕਾਂ ਨੂੰ ਉਹ ਚੁੱਭਦੇ ਨੇ। ਲੋਕਾਂ ਦੇ ਬਹੁਤ ਸਾਰੇ ਸਵਾਲ ਆਉਂਦੇ, ਕਹਿੰਦੇ ਕਿ ਇੰਨਾ ਟੋਲ 500 ਰੁਪਏ ਟੋਲ ਤਾਂ ਸਾਡਾ ਅੰਮ੍ਰਿਤਸਰ ਜਾਣ ਤੱਕ ਲੱਗ ਜਾਂਦਾ, ਆਉਣ ਜਾਣ 'ਚ ਲੱਗ ਜਾਂਦਾ ਵਾ। ਟੋਲ ਜਿਹੜੇ ਉਹ 60 ਕਿਲੋਮੀਟਰ ਵਾਲਾ ਕੀ ਕੇਂਦਰ ਸਰਕਾਰ ਨਾਲ ਗੱਲ ਚੱਲ ਰਹੀ ਹੈ ਕਿ ਉਹ ਹਟਾਏ ਜਾਣਗੇ? ਬਿਲਕੁਲ, ਤੁਹਾਡਾ ਸਵਾਲ ਬਹੁਤ ਜਾਇਜ਼ ਆ ਕਿ ਪੰਜਾਬ ਦੇ ਵਿੱਚ ਥੋੜ੍ਹੇ ਡਿਸਟੈਂਸ ਦੇ ਉੱਤੇ ਹੀ ਜਿਹੜੇ ਨੇ ਟੋਲ ਲੱਗੇ ਹੋਏ ਨੇ ਔਰ ਲੋਕਾਂ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਹੈ ਜੀ। ਬੜੇ ਹੈਵੀ ਟੋਲਸ ਨੇ। ਇੱਕ ਅਸੀਂ ਡੀਜ਼ਲ ਪੈਟਰੋਲ ਲੈ ਕੇ ਮਹਿੰਗਾ, ਉਸ ਤੋਂ ਟੋਲ, ਬੜੇ ਲੋਕ ਪਰੇਸ਼ਾਨ ਹੁੰਦੇ ਨੇ, ਅਸੀਂ ਵੀ ਹੁੰਨੇ ਆ। ਸੋ ਮੈਂ ਗਿਆ ਸੀਗਾ ਪਿੱਛੇ ਜੇ ਦਿੱਲੀ, ਨਿਤਿਨ ਗਡਕਰੀ ਜੀ ਨੂੰ ਵੀ ਮਿਲ ਕੇ ਆਇਆ ਸੀਗਾ। ਮੈਂ ਰਿਕੁਐਸਟ ਵੀ ਕੀਤੀ ਸੀਗੀ ਕਿ ਇਹ ਟੋਲ ਜਿਹੜੇ ਨੇ ਇਹਨਾਂ ਨੂੰ ਘੱਟ ਕੀਤਾ ਜਾਵੇ, ਕਿਉਂਕਿ ਇਹ ਲੋਕਾਂ ਦੇ ਉੱਤੇ ਇੱਕ ਸਿੱਧਾ ਬੋਝ ਆ। ਸੋ ਸਾਡੀ ਗੱਲ ਚੱਲ ਰਹੀ ਆ, ਅਸੀਂ ਟੋਲ ਜਿਹੜੇ ਨੇ ਉਹਨਾਂ ਨੂੰ ਮਿਨੀਮਮ ਕਰਨ ਦੇ ਉੱਤੇ ਵਰਕਆਊਟ ਕਰ ਰਹੇ ਹਾਂ ਔਰ ਜੇ ਕੇਂਦਰ ਸਰਕਾਰ ਦੇ ਨਾਲ ਹੋਰ ਵੀ ਮੀਟਿੰਗਸ ਕਰਨੀਆਂ ਪਈਆਂ ਇਸ ਨਾਲ ਸੰਬੰਧਿਤ ਤੇ ਜ਼ਰੂਰ ਕਰਾਂਗੇ। ਇੱਕ ਲਾਸਟ ਸਰ ਬਹੁਤ ਛੋਟਾ ਜਿਹਾ ਸਵਾਲ ਜਾਣਨਾ ਚਾਹੁੰਦਾ, ਲੋਕਾਂ ਨਾਲ ਸਿੱਧਾ ਜੁੜਿਆ ਹੋਇਆ ਹੈ। ਜਿਹੜੇ ਕੰਢੀ ਖੇਤਰ ਨੇ ਨਾ ਸਰ, ਉੱਥੇ ਬਹੁਤ ਸਾਰੇ ਅਜਿਹੇ ਪਿੰਡ ਨੇ ਜਦੋਂ ਬਰਸਾਤਾਂ ਦਾ ਮੌਸਮ ਆਉਂਦਾ ਹੈ ਤਾਂ ਪਾਣੀ ਦਾ ਵਹਾਅ ਵੱਧ ਜਾਂਦਾ ਹੈ। ਜਿਹੜੇ ਟੈਂਪਰੇਰੀ ਪੁਲ ਹੁੰਦੇ ਨੇ ਹਟਾ ਲਏ ਜਾਂਦੇ ਨੇ, ਤਾਂ ਪਿੱਛੇ 5 ਪਿੰਡ ਰਹਿ ਗਏ, 7 ਪਿੰਡ ਰਹਿ ਗਏ। ਉਹਨਾਂ ਦੇ ਉੱਤੇ ਸਵੱਲੀ ਨਜ਼ਰ ਡਿਪਾਰਟਮੈਂਟ ਦੀ, ਸਰਕਾਰ ਦੀ ਕਦੋਂ ਪਏਗੀ? ਬਟ ਬਹੁਤ ਦੇਰ ਦੇ ਲੋਕ ਇੰਤਜ਼ਾਰ ਕਰ ਰਹੇ ਨੇ ਕਿ ਪੁਲ ਬਣਵਾ ਦਿਓ ਜੀ, ਨਹੀਂ ਤਾਂ ਸਾਨੂੰ 10 ਕਿਲੋਮੀਟਰ ਘੁੰਮ ਕੇ ਜਾਣਾ ਪੈਂਦਾ ਹੈ ਜਾਂ ਫਿਰ ਸਾਨੂੰ ਕਿਸ਼ਤੀਆਂ ਦਾ ਸਹਾਰਾ ਲੈਣਾ ਪੈਂਦਾ ਹੈ। ਕੋਈ ਹੈ ਸਰ ਜ਼ਹਿਨ ਦੇ ਵਿੱਚ? ਦੇਖੋ, ਕੰਢੀ ਏਰੀਆ ਇਲਾਕੇ ਦੀਆਂ ਬਹੁਤ ਸਮੱਸਿਆਵਾਂ ਨੇ, ਬਿਜਲੀ ਨਾਲ ਸੰਬੰਧਿਤ ਵੀ ਬਹੁਤ ਨੇ, ਕਿਉਂਕਿ ਕੁਝ ਕੁ ਉਹਨਾਂ ਦੇ ਜਿਹੜੇ ਫੀਡਰ ਸੀਗੇ ਅਸੀਂ ਘਰੇਲੂ ਨਾਲ ਜੋੜ ਕੇ ਉਹਨਾਂ ਨੂੰ ਬੱਤੀ ਵੀ ਦਿੱਤੀ ਸੀਗੀ। 70-75 ਫੀਡਰ ਅਸੀਂ AP ਦੇ ਅਲੱਗ ਵੀ ਕੀਤੇ ਔਰ ਉਹਨਾਂ ਨੂੰ ਵੀ ਅਸੀਂ ਨਿਰਵਿਘਨ ਹਾਊਸ, ਜਿਵੇਂ ਉੱਥੇ ਦੇ ਲੋਕ ਕਹਿੰਦੇ ਸਾਡੀਆਂ ਵੋਟਾਂ ਬਹੁਤ ਘੱਟ ਹੈ, 3 ਪਿੰਡ ਹੈ, ਸਾਰੀਆਂ ਵੋਟਾਂ 500-700, ਇਸ ਕਰਕੇ ਸਾਡੇ ਵੱਲ ਕੋਈ ਧਿਆਨ ਨਹੀਂ, ਇਹੋ ਜੀ ਗੱਲ ਨਹੀਂ ਆ। ਹਰ ਵਿਅਕਤੀ ਵੋਟ ਤੇ ਇੱਕ ਵੀ ਬਹੁਤ ਹੁੰਦੀ ਹੈ ਜੀ। ਹਾਰ ਜਿੱਤ ਨੂੰ ਡਿਸਾਈਡ ਕਰਨ ਵਾਸਤੇ ਇੱਕ ਹੀ ਵੋਟ ਜਿਹੜੀ ਆ ਉਹ ਇਨਫ ਆ। ਅਸੀਂ ਇਹ ਨਹੀਂ ਆ ਕਿ 2-3 ਪਿੰਡ ਜਿਹੜੇ ਆ ਉਹਨਾਂ ਨੂੰ ਕਿਸੇ ਕੀਮਤ ਤੇ ਉਹਨਾਂ ਨੂੰ ਕੋਈ ਵਿਤਕਰਾ ਹੋਏਗਾ, ਕੋਈ ਡਿਸਕ੍ਰਿਮੀਨੇਸ਼ਨ ਉਹਨਾਂ ਦੇ ਨਾਲ ਚੱਲੇਗਾ, ਕੋਈ ਬਿਲਕੁਲ ਨਹੀਂ। ਸਾਡੇ ਵਾਸਤੇ ਇੱਕ ਵਿਅਕਤੀ, ਇੱਕ ਵੋਟ ਨਹੀਂ ਵੀ ਹੋਏਗੀ, ਵੋਟ ਤੇ 18 ਸਾਲ 'ਚ ਜਾ ਕੇ ਮਿਲਦੀ ਹੈ ਜੀ। ਵੀ ਆਰ ਕੰਸਰਨਡ ਵਿਦ ਦਾ ਪੀਪਲ ਸਿੰਸ ਹਿਜ਼ ਔਰ ਹਰ ਬਰਥ। ਸੋ ਅਸੀਂ ਇਹੋ ਜਿਹਾ ਕੋਈ ਨਹੀਂ ਆ ਕਿ 2-3 ਪਿੰਡ ਜੇ ਅਣਗੌਲੇ ਕੀਤੇ ਜਾਣਗੇ, ਇਹੋ ਜਿਹੀ ਕੋਈ ਨਹੀਂ ਹੈ। ਜਿੱਥੇ ਵੀ ਸਾਨੂੰ ਜ਼ਰੂਰਤ ਪਈ, ਮਹਿਸੂਸ ਹੋਈ, ਅਸੀਂ ਹਰ ਫੈਸਿਲਿਟੀ ਉਸ ਇਲਾਕੇ ਤੱਕ ਵੀ ਪਹੁੰਚਾਵਾਂਗੇ। ਠੀਕ ਹੈ, ਸ਼ੁਕਰੀਆ ਸਰ, ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ, ਇਸ ਚਰਚਾ ਦੇ ਵਿੱਚ ਸ਼ਾਮਲ ਹੋਣ ਦੇ ਲਈ। ਪੰਜਾਬ ਦੇ ਵਿੱਚ ਇੱਕ ਗਾਣਾ ਬੜਾ ਮਸ਼ਹੂਰ ਹੋਇਆ, ਮੈਂ ਪੁਰਾਣੇ ਸਮੇਂ ਦਾ ਜ਼ਿਕਰ ਕਰ ਰਿਹਾ, ਸ਼ਾਇਦ ਇੱਕ ਦਹਾਕੇ ਪਹਿਲਾਂ, ਕਿ ਲੰਬੇ ਲੰਬੇ ਲੱਗਦੇ ਨੇ ਬਿਜਲੀ ਦੇ ਕੱਟ ਗੋੜੇ, ਨਹਿਰ 'ਚ ਮੁੱਕਿਆ ਪਾਣੀ ਦੱਸ ਕਰੇ ਕੀ ਜੱਟ ਗੋੜੇ। ਤਾਂ ਹੁਣ ਲੱਗਦਾ ਕਿ ਜਿਹੜਾ ਤੁਸੀਂ ਦਾਅਵਾ ਕਰ ਰਹੇ ਹੋ ਤਾਂ ਇਹ ਲੋਕਾਂ ਨੂੰ ਸਮੱਸਿਆ ਨਹੀਂ ਆ ਰਹੀ ਹੋਏਗੀ। ਉਮੀਦ ਅਸੀਂ ਇਹੀ ਕਰਦੇ ਹਾਂ। ਨਵਾਂ ਗਾਣਾ ਆਏਗਾ ਹੁਣ ਨਵਾਂ ਗਾਣਾ ਆਏਗਾ ਵੀ ਕੋਈ ਨਹੀਂ ਲੱਗਦਾ ਕੱਟ, ਕੋਈ ਨਾ ਲੱਗਦਾ ਕੱਟ। ਚਲੋ ਸ਼ੁਕਰੀਆ ਸਰ, ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ। ਅਸੀਂ ਇਸ ਤਰੀਕੇ ਨਾਲ ਹੀ ਚਰਚਾ ਜਾਰੀ ਰੱਖਾਂਗੇ।